सतनाम श्री वाहिगुरु साहिब जीओ। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। ज्ञान ध्यान किश कर्म ना जाना नाहिन निर्मल करनी। साध संगत कै अंचल लाभो बिखम नदी जाए तरनी। मैं नाही किश हों नाही किश आहे ना मोरा। अवसर लज्जा राख लेहो सदना जन तोरा। सतनाम श्री वाहिगुरु साहिब जीओ। श्री राग महला तीजा। घर ही सौदा पाईऐ अंतर सब वथ होए। खिन खिन नाम संभालीऐ गुरमुख पावै कोय। नाम निधान अखुट है वड भाग प्राप्त होए। मेरे मन तज निंदा हौमै अहंकार। हर जियो सदा ध्याए तू गुरमुख एकंकार रहाओ। गुरमुखां के मुख उजले गुर शब्दी विचार। हालत पालत सुख पाइंदे जप जप हृदय मुरार। घर ही विच महल पाया गुर शब्दी विचार। सतगुरु ते जो मुँह फेरै मत्थे तिन काले। अन दिन दुख कमावंदे नित जोहे जम जाले। सुपनै सुख ना देखनी बहु चिंता पर जाले। सबना का दाता एक है आपे बख्श करे। कहना किशु ना जावई जिस भावै तिस दे। नानक गुरमुख पाईऐ आपे जाणै सोए। वाहिगुरु जी का खालसा। शब्द आप जी ने हुणे हुणे सरवण कीता है। श्री गुरु ग्रंथ साहिब महाराज जी दे पावन पन्ना नंबर 40 खिमा करना 30 ਦੇ ਉੱਪਰ ਸੁਭਾਇਮਾਨ ਨੇ 30 ਨੰਬਰ ਪੰਨੇ ਤੇ ਸ਼ਬਦ ਦਾ ਜਿਹੜਾ ਅੱਜ ਦਾ ਨੰਬਰ ਹੈ ਉਹ 42 ਨੰਬਰ ਸ਼ਬਦ ਹੈ। 42 ਨੰਬਰ 41 ਤੱਕ ਆਪਾਂ ਕੱਲ ਤੱਕ ਵਿਚਾਰ ਕਰ ਲਈ ਸੀ। ਸ਼੍ਰੀ ਰਾਗ ਦੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਪਹਿਲਾ ਰਾਗ ਹੈ ਉਹਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਹੋਈ ਹੈ। ਇਹਦੇ ਵਿੱਚ 33 ਸ਼ਬਦ ਜਿਹੜੇ ਨੇ 33 ਸ਼ਬਦ ਜਿਹੜੇ ਆਪਾਂ ਵਿਚਾਰੇ ਨੇ ਪਹਿਲੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਨ। ਤੇ 34 ਨੰਬਰ ਸ਼ਬਦ ਤੋਂ 34 ਨੰਬਰ ਸ਼ਬਦ ਤੋਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਨਿਰੰਤਰ ਚੱਲ ਰਹੀ ਹੈ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਹੁਤ ਹੀ ਸਿੱਖਿਆਵਾਂ ਭਰੇ ਸ਼ਬਦ ਨੇ ਗੁਰੂ ਸਤਿਗੁਰੂ ਦੇ। ਕਹਿੰਦੇ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ, ਇਹ ਤਿੰਨੇ ਹੀ ਮਨੁੱਖ ਦੇ ਬਹੁਤ ਵੱਡੇ ਦੁਸ਼ਮਣ ਨੇ। ਹਰ ਮਨੁੱਖ ਦੇ ਅੰਦਰ ਹੈ, ਮੇਰੇ ਵੀ ਹੈ, ਤੁਹਾਡੇ ਵੀ ਹੈ, ਸਾਰਿਆਂ ਦੇ ਅੰਦਰ ਇਹ ਕਰ ਕੀਤਾ ਹੈ। ਹੁਣ ਨਿੰਦਾ ਦੇ ਅਰਥ ਕੀ ਨੇ? ਹੁਣ ਇਹ ਨਿੰਦਾ ਨਹੀਂ, ਮਾੜੇ ਨੂੰ ਮਾੜਾ ਕਹਿਣਾ ਨਿੰਦਾ ਨਹੀਂ, ਚੋਰ ਨੂੰ ਚੋਰ ਕਹਿਣਾ ਨਿੰਦਾ ਨਹੀਂ, ਕਾਤਲ ਨੂੰ ਕਾਤਲ ਕਹਿਣਾ ਨਿੰਦਾ ਨਹੀਂ। ਨਿੰਦਾ ਹੈ ਕੋਈ ਮਨੁੱਖ ਚੰਗੇ ਕੰਮ ਕਰ ਰਿਹਾ ਹੈ, ਭਲਾ ਕਰ ਰਿਹਾ ਹੈ। ਹੁਣ ਮੇਰੇ ਕੋਲੋਂ ਉਹਦਾ ਭਲਾਪਨ ਬਰਦਾਸ਼ਤ ਨਹੀਂ ਹੋ ਰਿਹਾ, ਮੇਰੇ ਕੋਲੋਂ ਉਹਦੇ ਜਿਹੜੇ ਚੰਗੇ ਕੰਮ ਉਹ ਕਰ ਰਿਹਾ ਨਾ, ਜਿਸ ਚੰਗੇ ਕੰਮਾਂ ਤੋਂ ਉਹਨੂੰ ਲੋਕੀ ਐਪਰੀਸ਼ੀਏਟ ਕਰ ਰਹੇ ਨੇ, ਉਹ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋ ਰਹੇ। ਹੁਣ ਮੈਂ ਤੇ ਉਹਦੇ ਵਰਗਾ ਬਣ ਨਹੀਂ ਸਕਦਾ। ਮੈਂ ਕੀ ਕਰਨਾ ਸ਼ੁਰੂ ਕੀਤਾ? ਮੈਂ ਉਹਦੇ ਅਵਗੁਣ ਫਰੋਲਣੇ ਸ਼ੁਰੂ ਕਰ ਦਿੱਤੇ। ਜਿਵੇਂ ਕਾਂ ਦਾ ਸੁਭਾਅ ਹੈ ਨਾ, ਉਹਨੇ ਗੰਦਗੀ ਨੂੰ ਫਰੋਲਣਾ, ਮੈਂ ਵੀ ਇਵੇਂ ਕੀਤਾ। ਮੈਂ ਉਹਦੇ ਅਵਗੁਣ ਫਰੋਲਣੇ ਸ਼ੁਰੂ ਕੀਤੇ। ਤੇ ਜਿੱਥੇ ਜਿੱਥੇ ਲੋਕੀ ਉਹਦੇ ਮੇਰੇ ਨਾਲ ਗੱਲ ਕਰਦੇ ਸਨ, ਭਾਈ ਸਾਹਿਬ ਦੇਖੋ ਫਲਾਨਾ ਮਨੁੱਖ ਕਿੰਨੀ ਵਧੀਆ ਗੱਲ ਕਰਦਾ, ਹੁਣ ਮੇਰੇ ਅੰਦਰ ਉਹ ਪੈਮਾਨਾ ਨਹੀਂ, ਅੰਦਰ ਉਹ ਪਿਆਰ ਨਹੀਂ, ਮੇਰੇ ਅੰਦਰ ਉਹ ਗੁਣ ਨਹੀਂ। ਹੁਣ ਮੈਂ ਪਤਾ ਕੀ ਕਰਦਾ, ਮੈਂ ਉਹਦੇ ਗੁਣ ਨੂੰ ਅਵਗੁਣ ਵਿੱਚ ਤਬਦੀਲ ਕਰਦਾ। ਉਹ ਛੱਡੋ ਪਰੇ, ਤੁਸੀਂ ਉਹ ਇੱਕ ਗੁਣ ਤੁਸੀਂ ਵੇਖਿਆ, ਤੁਸੀਂ ਕਿਤੇ ਉਹ ਵੇਖੋ ਕਿੰਨਾ ਨੀਚ ਆ, ਕਿੰਨਾ ਝੂਠ ਬੋਲਦਾ ਹੈ ਉਹ। ਇਹ ਹੈ ਨਿੰਦਾ। ਮਾੜੇ ਨੂੰ ਮਾੜਾ ਕਹਿਣਾ ਨਿੰਦਾ ਹੈ। ਮਾੜੇ ਨੂੰ ਮਾੜਾ ਕਹਿਣਾ ਨਿੰਦਾ ਨਹੀਂ, ਖਿਮਾ ਕਰਨਾ। ਜੇ ਕੋਈ ਚੋਰ ਆ, ਚੋਰ ਨੂੰ ਚੋਰ ਕਹਿਣਾ ਨਿੰਦਾ ਨਹੀਂ। ਕੋਈ ਚੰਗੇ ਕੰਮ ਕਰ ਰਿਹਾ ਹੈ, ਬਹੁਤ ਨੇਕੀ ਦੇ ਰਸਤੇ ਤੇ ਤੁਰਿਆ, ਤੇ ਉਸ ਨੇਕੀ ਦੇ ਰਸਤੇ ਤੇ ਤੁਰਨ ਵਾਲੇ ਮਨੁੱਖ ਨੂੰ ਜਾਣ-ਬੁੱਝ ਕੇ ਉਹਦੇ ਗੁਣਾਂ ਨੂੰ ਅਵਗੁਣਾਂ ਦੇ ਵਿੱਚ ਤਬਦੀਲ ਕਰਨਾ, ਇਹ ਨਿੰਦਾ ਹੈ। ਹੁਣ ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ, ਕਾਹਦੇ ਵਾਸਤੇ ਇੰਨਾ ਸਮਾਂ ਬਰਬਾਦ ਕਰ ਰਿਹਾ ਤੂੰ? ਕਿਉਂ ਮਨੁੱਖਾਂ ਦਾ ਗੰਦ ਢੋ ਰਿਹਾ ਹੈ? ਕਿਉਂ ਇਹ ਗੰਦਗੀ ਦਾ ਭੋਜਨ ਖਾ ਰਹੇ ਹੈ? ਸੱਚ ਦੇ ਰਸਤੇ ਤੇ ਤੁਰ। ਮੇਰੇ ਮਨ ਤਜ ਨਿੰਦਾ, ਇਹ ਮੇਰੇ ਮਨ ਕੀ ਕਰ ਤਿਆਗ ਦੇ। ਤਜ ਦਾ ਅਰਥ ਹੈ ਤਿਆਗ ਦੇਣਾ। ਹੇ ਮੇਰੇ ਮਨ ਤਿਆਗ ਦੇ ਇਹ ਗੰਦਗੀ, ਕਿਹੜੀ? ਨਿੰਦਾ, ਨਿੰਦਾ ਕਰਨੀ। ਹਉਮੈ ਅਹੰਕਾਰ, ਹਰ ਵਕਤ ਮੈਂ ਕਰਨੀ, ਆ ਵੀ ਛੱਡ ਦੇ, ਮੇਰੀ ਮੇਰੀ ਛੱਡ ਦੇ। ਅਹੰਕਾਰ ਜੀਵਨ ਦੇ ਵਿੱਚੋਂ ਖਤਮ ਕਰ ਦੇ। ਕਾਹਦਾ ਅਹੰਕਾਰ ਆ? ਹੈ ਹੀ ਤੇਰਾ ਕੁਝ ਨਹੀਂ, ਨਾ ਤੂੰ ਕੁਝ ਲੈ ਕੇ ਆਇਆ, ਨਾ ਕੁਝ ਲੈ ਕੇ ਜਾਏਗਾ। ਇਹਦਾ ਮਤਲਬ ਕਿ ਸਾਡੇ ਅੰਦਰ ਅਤ ਨਿਮਰਤਾ ਤੇ ਪ੍ਰੇਮ ਹੋਣਾ ਚਾਹੀਦਾ। ਹੁਣ ਜੇ ਸਾਡੇ ਅੰਦਰ ਨਿਮਰਤਾ ਤੇ ਪ੍ਰੇਮ ਨਹੀਂ ਤੇ ਅਸੀਂ ਅਹੰਕਾਰ ਵਿੱਚ ਆਕੜੇ ਫਿਰੀਏ, ਇਹ ਗੁਰੂ ਜੀ ਨੂੰ ਪ੍ਰਵਾਨ ਨਹੀਂ, ਇਹ ਮੇਰੇ ਸਤਿਗੁਰੂ ਜੀ ਨੂੰ ਚੰਗਾ ਨਹੀਂ ਲੱਗਦਾ। ਹੁਣ ਜਿਹੜੀ ਗੱਲ ਮੇਰੇ ਸਤਿਗੁਰੂ ਜੀ ਨੂੰ ਚੰਗੀ ਨਹੀਂ ਲੱਗਦੀ, ਜੇ ਮੈਂ ਆਪਣੇ ਗੁਰੂ ਜੀ ਦੇ ਨਾਲ ਪਿਆਰ ਕਰਨਾ ਤੇ ਮੈਨੂੰ ਉਹ ਅਵਗੁਣ ਛੱਡਣੇ ਪੈਣਗੇ, ਤਾਂ ਹੀ ਮੇਰੇ ਗੁਰੂ ਜੀ ਮੈਨੂੰ ਪ੍ਰੇਮ ਕਰਨਗੇ ਨਾ, ਤਾਂ ਹੀ ਮੈਨੂੰ ਆਪਣੇ ਨੇੜੇ ਰੱਖਣਗੇ। ਪਰ ਜੇ ਮੈਂ ਆਖਾਂ ਕਿ ਮੈਂ ਮੱਥਾ ਵੀ ਗੁਰੂ ਜੀ ਨੂੰ ਟੇਕਾਂ, ਪਰਿਕਰਮਾ ਵੀ ਗੁਰੂ ਗ੍ਰੰਥ ਸਾਹਿਬ ਦੀ ਕਰਾਂ, ਪਰ ਮੰਨਾਂ ਮੈਂ ਗੁਰੂ ਦਾ ਇੱਕ ਵੀ ਬਚਨ ਨਹੀਂ, ਤੇ ਫਿਰ ਇਹਦਾ ਮਤਲਬ ਇਹ ਹੈ ਕਿ ਮੈਂ ਕੇਵਲ ਜੇ ਸਜਦੇ ਕਰੇ ਅਨੇਕ ਤੋਪਚੀ ਕਪਟ ਭੇਸ ਵਾਲੀ ਅਵਸਥਾ ਹੈ। ਫਿਰ ਤੇ ਮੇਰੀ ਇਹੀ ਹਾਲਤ ਹੈ ਜਿਵੇਂ ਇੱਕ ਮਨੁੱਖ ਮੱਥੇ ਤੇ ਟੇਕੀ ਜਾਂਦਾ ਹੈ ਪਰ ਅੰਦਰ ਮਨ ਵਿੱਚ ਬੇਈਮਾਨੀ ਹੈ। ਜਿਵੇਂ ਸਤਿਗੁਰੂ ਕਹਿੰਦੇ ਆ ਨਾ, ਕਹਿੰਦੇ ਮਿਰਗੀ ਪੇਖੰਤ ਬਦਿਕ ਪ੍ਰਹਰੇਣ, ਕਹਿੰਦੇ ਜਿਵੇਂ ਹਿਰਨ ਦੇ ਉੱਤੇ ਸ਼ਿਕਾਰੀ ਅੱਖ ਰੱਖ ਕੇ ਉਸ ਹਿਰਨ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਕਹਿੰਦੇ ਐਵੇਂ ਹੀ ਮਨੁੱਖ ਸ਼ਿਕਾਰ ਲੱਭਦਾ ਹੈ। ਜਦ ਤੱਕ ਉਹ ਸ਼ਿਕਾਰ ਮਨੁੱਖ ਇਹਦੇ ਅੰਡਰ ਨਹੀਂ ਆਉਂਦਾ, ਤਦ ਤੱਕ ਮਿੱਠੀ ਭਾਸ਼ਾ ਬੋਲਦਾ ਹੈ। ਜਿੱਦਣ ਐਨ ਟਿਕਾਣੇ ਤੇ ਸ਼ਿਕਾਰ ਆ ਜਾਂਦਾ ਹੈ, ਉਦਣ ਇਹ ਆਪਣੇ ਅੰਦਰ ਦੇ ਅਵਗੁਣ ਕੱਢ ਦਿੰਦਾ ਹੈ। ਸਤਿਗੁਰੂ ਕਹਿੰਦੇ ਇਹ ਹਾਲਾਤ ਆ ਮਨੁੱਖ ਦੇ। ਮੇਰੇ ਮਨ, ਹੇ ਮੇਰੇ ਮਨ, ਪਤਾ ਕੀ ਕਰ? ਤਜ ਨਿੰਦਾ ਹਉਮੈ ਅਹੰਕਾਰ, ਇਹ ਹਰ ਵਕਤ ਲੋਕਾਂ ਦੇ ਅਵਗੁਣਾਂ ਦੀਆਂ ਗੰਢਾਂ ਬੰਨਣੀਆਂ, ਇਹ ਨਿੰਦਾ ਕਰਨੀ ਛੱਡ ਦੇ। ਤੇ ਨਾਲ ਕੀ ਕਰ? ਮੈਂ ਮੇਰੀ ਨੂੰ ਵੀ ਆਪਣੇ ਅੰਦਰੋਂ ਬਾਹਰ ਕੱਢ ਦੇ, ਅਹੰਕਾਰ ਨੂੰ ਖਤਮ ਕਰ ਦੇ। ਫਿਰ ਕੀ ਪ੍ਰਾਪਤੀ ਹੋਵੇਗੀ? ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ। ਹੇ ਮੇਰੇ ਮਨ, ਆ ਫਜ਼ੂਲ ਦੀਆਂ ਗੱਲਾਂ ਨੂੰ ਛੱਡ ਕੇ ਹਰ ਵਕਤ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ, ਧੰਨ ਸਾਹਿਬ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕੇ ਗੁਰੂ ਸ਼ਬਦ ਦੀ ਵਿਚਾਰ ਕਰਕੇ ਸਦਾ ਅਟਲ ਰਹਿਣ ਵਾਲੇ ਇੱਕੋ ਇੱਕ ਪ੍ਰਮਾਤਮਾ ਅਕਾਲ ਪੁਰਖ ਨੂੰ ਹਰ ਵਕਤ ਚੇਤੇ ਰੱਖਿਆ ਕਰ। ਹਰ ਜੀਓ, ਹੇ ਮੇਰੇ ਮਨ, ਜੀਓ ਦਾ ਅਰਥ ਹੈ ਮਨ, ਹੇ ਮੇਰਾ ਜੀ, ਸਦਾ ਧਿਆਏ ਤੂੰ,
ਸਦਾ ਵਾਸਤੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ। ਗੁਰਮੁਖ ਗੁਰੂ ਦੇ ਸਨਮੁਖ ਹੋ ਕੇ, ਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ, ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਇੱਕ ਓਂਕਾਰ, ਜਿਸ ਗੁਰੂ ਜੀ ਦੇ ਰਾਹੀਂ ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਸਕੇ ਤੇ ਸਮਝ ਸਕੇ। ਪੂਰੀ ਪੰਕਤੀ ਦੇ ਅਰਥ ਨੇ, ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਤੂੰ ਸਰਬ ਵਿਆਪਕ ਪਰਮਾਤਮਾ ਨੂੰ ਸਦਾ ਵਾਸਤੇ ਸਿਮਰਦਾ ਰਹਿ, ਜੋ ਇੱਕ ਹੈ, ਜੋ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਬਣਾਉਣ ਵਾਲਾ ਹੈ। ਰਹਾਉ। ਇਹ ਰਹਾਉ ਦੀਆਂ ਪੰਕਤੀਆਂ ਹਨ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ, ਜਿਹਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰ ਰਹੇ ਹਨ। ਸਾਹਿਬ ਕਹਿੰਦੇ, ਸ਼੍ਰੀ ਰਾਗ ਮਹੱਲਾ ਤੀਜਾ, ਘਰ ਹੀ ਸੌਦਾ ਪਾਈਐ ਅੰਤਰ ਸਭ ਵਤ ਹੋਏ। ਘਰ ਹੀ, ਹਿਰਦੇ ਘਰ ਦੇ ਵਿੱਚ ਹੀ, ਜਿੱਥੇ ਵੀ ਸ਼ਬਦ ਘਰ ਆਵੇਗਾ, ਹਿਰਦੇ ਘਰ ਦੇ ਨਾਲ ਸੰਬੋਧਨ ਹੈ। ਮਨੁੱਖ ਦਾ ਸਰੀਰ ਇੱਕ ਘਰ ਹੈ। ਇਸ ਹਿਰਦੇ ਸਰੀਰ ਰੂਪੀ ਘਰ ਦੀ ਗੱਲ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ। ਕਹਿੰਦੇ ਘਰ ਹੀ ਸੌਦਾ ਪਾਈਐ, ਕਹਿੰਦੇ ਘਰ ਦੇ ਵਿੱਚ ਹੀ, ਬਾਹਰ ਨਹੀਂ ਹੈ ਕੋਈ, ਤੇਰੇ ਹਿਰਦੇ ਘਰ ਦੇ ਵਿੱਚ ਹੀ ਪਰਿਪੂਰਨ ਪਰਮਾਤਮਾ ਦਾ ਸੱਚ ਰੂਪੀ ਸੌਦਾ ਪਿਆ ਹੋਇਆ ਹੈ, ਵਸਿਆ ਹੋਇਆ ਹੈ। ਅੰਤਰ ਸਭ ਵਤ ਹੋਏ। ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ, ਗੁਰੂ ਸ਼ਬਦ ਦੇ ਗਿਆਨ ਨੂੰ ਜੀਵਨ ਵਿੱਚ ਵਸਾ ਕੇ, ਗੁਰੂ ਦੀ ਮੱਤ ਤੇ ਤੁਰਿਆ, ਇਹ ਸੌਦਾ ਹਿਰਦੇ ਵਿੱਚੋਂ ਮਿਲ ਜਾਂਦਾ ਹੈ। ਘਰ ਹੀ ਸੌਦਾ ਪਾਈਐ, ਘਰ ਦੇ ਵਿੱਚ ਹੀ ਤੇਰੇ ਇਹ ਸੌਦਾ ਸੱਚ ਦਾ ਮੌਜੂਦ ਹੈ। ਅੰਤਰ ਸਭ ਵਤ ਹੋਏ, ਮਿਲ ਸਕਦਾ ਹੈ ਜੋ ਤੇਰੇ ਅੰਦਰ ਮੌਜੂਦ ਹੈ, ਗੁਰੂ ਜੀ ਦੀ ਸ਼ਰਨ ਵਿੱਚ, ਗੁਰੂ ਸ਼ਬਦ ਦੇ ਗਿਆਨ ਤੇ ਗੁਰੂ ਦੀ ਮੱਤ ਤੇ ਤੁਰ ਕੇ। ਖਿਨ ਖਿਨ ਨਾਮ ਸੰਭਾਲੀ ਹੈ। ਖਿਨ ਖਿਨ ਦਾ ਅਰਥ ਹੁੰਦਾ ਇੱਕ ਇੱਕ ਪਲ, ਇੱਕ ਇੱਕ ਸੈਕਿੰਡ। ਨਾਮ ਉਹਦਾ ਹੁਕਮ, ਮੰਮੇ ਥੱਲੇ ਔਂਕੜ ਹੈ, ਹੁਕਮ, ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਉਹਦੀ ਰਜ਼ਾ, ਉਹਦਾ ਭਾਣਾ, ਉਹਦੇ ਹੁਕਮ ਦੇ ਵਿੱਚ ਤੁਰਨਾ। ਸੋ ਸਿੱਖ ਸਖਾ ਸਤਿਗੁਰੂ ਦਾ, ਉਹ ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਸਤਿਗੁਰੂ ਕੇ ਭਾਣੇ ਵਿੱਚ ਆਵੇ, ਜੋ ਗੁਰੂ ਦੀ ਰਜ਼ਾ ਤੇ ਭਾਣੇ ਵਿੱਚ ਤੁਰਦਾ ਹੈ। ਖਿਨ ਖਿਨ ਨਾਮ ਸੰਭਾਲੀ ਹੈ। ਸਭ ਕਹਿੰਦੇ ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੀ ਸ਼ਰਨ ਵਿੱਚ ਪੈਣਾ ਕੀ ਹੈ? ਗੁਰਬਾਣੀ ਦੀ ਵਿਚਾਰ ਕਰਨੀ, ਸਤਿਗੁਰੂ ਕੀ ਮੱਤ ਦੇ ਮੁਤਾਬਕ ਜੀਵਨ ਜਿਉਣਾ, ਆਪਣੀ ਮੱਤ ਛੱਡ ਦੇਣੀ। ਖਿਨ ਖਿਨ ਨਾਮ ਸੰਭਾਲੀ ਹੈ, ਗੁਰਮੁਖ ਪਾਵੈ ਕੋਏ। ਗੁਰੂ ਜੀ ਦੇ ਸ਼ਰਨ ਵਿੱਚ ਆ ਕੇ, ਗੁਰੂ ਜੀ ਦੇ ਸਨਮੁਖ ਹੋ ਕੇ, ਗੁਰੂ ਦੀ ਮੱਤ ਤੇ ਚੱਲਿਆ, ਗੁਰੂ ਦਾ ਸਿੱਖ ਕੀ ਕਰਦਾ ਹੈ? ਸਵਾਸ ਸਵਾਸ ਪਰਮਾਤਮਾ ਦੇ ਹੁਕਮ ਨੂੰ ਚੇਤੇ ਕਰਦਾ ਹੈ, ਉਹਨੂੰ ਸਿਮਰਦਾ ਹੈ। ਤੇ ਜਿਹੜਾ ਕੋਈ ਨਾਮ ਪ੍ਰਾਪਤ ਕਰਦਾ ਹੈ, ਫਿਰ ਉਹ ਇਹ ਕਹਿੰਦਾ ਹੈ ਵੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਕੀਤਾ। ਫਿਰ ਉਹ ਜਿਹੜੀਆਂ ਦਾਤਾਂ ਗੁਰੂ ਸ਼ਬਦ ਵਿੱਚੋਂ ਪ੍ਰਾਪਤ ਕਰਦਾ ਹੈ, ਗੁਰੂ ਦੇ ਗਿਆਨ ਚੋਂ ਪ੍ਰਾਪਤ ਕਰਦਾ ਹੈ, ਉੱਥੇ ਉਹ ਕਦੀ ਵੀ ਆਪਣੀ ਮੈਂ ਨਹੀਂ ਰੱਖਦਾ। ਉਹ ਇਹੀ ਕਹਿੰਦਾ ਹੈ ਮੇਰੇ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਇਹ ਸਮਝ ਦਿੱਤੀ ਹੈ, ਉਹਨਾਂ ਨੇ ਇਹ ਗਿਆਨ ਦਿੱਤਾ ਹੈ, ਜਿਹਦੇ ਨਾਲ ਮੇਰੀ ਮੱਤ ਨਿਰਮਲ ਹੋ ਗਈ ਹੈ, ਮੇਰੇ ਅੰਦਰੋਂ ਮੈਲ ਖਤਮ ਹੋ ਗਈ ਹੈ। ਨਾਮ ਨਿਧਾਨ ਅਖੁੱਟ ਹੈ, ਵੱਡ ਭਾਗ ਪ੍ਰਾਪਤ ਹੋਏ। ਨਿਧਾਨ ਦਾ ਅਰਥ ਹੈ ਖਜ਼ਾਨਾ, ਅਖੁੱਟ ਦਾ ਅਰਥ ਹੈ ਅਮੋਲਕ, ਅਮੁੱਕ, ਜਿਹੜਾ ਕਦੀ ਵੀ ਨਹੀਂ ਮੁੱਕਣ ਵਾਲਾ, ਕਦੀ ਵੀ ਨਹੀਂ ਖਤਮ ਹੋਣ ਵਾਲਾ। ਵੱਡ ਭਾਗ, ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ, ਮਿਲਦਾ ਹੋਏ ਹੈ। ਸਭ ਕਹਿੰਦੇ ਜਿਹੜਾ ਮਨੁੱਖ ਆਪਣੇ ਆਪ ਨੂੰ ਗੁਰੂ ਸ਼ਬਦ ਨਾਲ ਜੋੜ ਲੈਂਦਾ ਹੈ, ਸਤਿਗੁਰੂ ਦਾ ਗਿਆਨ, ਗੁਰੂ ਦੀ ਮੱਤ, ਗੁਰੂ ਦੇ ਸ਼ਬਦ ਵਿੱਚੋਂ ਲੈਂਦਾ ਹੈ, ਸਮਝ ਲਓ ਉਹ ਬਹੁਤ ਹੀ ਵੱਡਿਆਂ ਭਾਗਾਂ ਵਾਲਾ, ਬੜੀ ਵੱਡੀ ਕਿਸਮਤ ਵਾਲਾ ਹੈ, ਜਿਸ ਨੂੰ ਇਹ ਸੱਚ ਦਾ ਸੌਦਾ ਮਿਲ ਗਿਆ ਹੈ, ਜੋ ਕਦੀ ਵੀ ਮੁੱਕਣ ਵਾਲਾ ਨਹੀਂ ਹੈ, ਜੋ ਕਦੀ ਵੀ ਖਤਮ ਨਹੀਂ ਹੋਣ ਵਾਲਾ ਹੈ। ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ। ਫਿਰ ਹੈ ਮੇਰੇ ਮਨ, ਜਦ ਸਭ ਕੁਝ ਹੀ ਗੁਰੂ ਦੇਣ ਵਾਲਾ ਹੈ, ਫਿਰ ਕਾਹਦੇ ਵਾਸਤੇ ਤੂੰ ਨਿੰਦਾ ਕਰਦਾ ਹੈ? ਕਾਹਦੇ ਵਾਸਤੇ ਲੋਕਾਂ ਦੇ ਅਵਗੁਣ ਫਰੋਲਦਾ ਫਿਰਦਾ ਹੈ? ਆਪਣੇ ਜੀਵਨ ਵਿੱਚੋਂ ਇਹ ਨਿੰਦਾ ਅਵਗੁਣ ਕੱਢ ਦੇ, ਹਉਮੈ ਕੱਢ ਦੇ, ਹੰਕਾਰ ਕੱਢ ਦੇ, ਆਤ ਨਿਮਰਤਾ ਤੇ ਪ੍ਰੇਮ ਦੇ ਵਿੱਚ ਜੀਵਨ ਜਿਉਣਾ ਸ਼ੁਰੂ ਕਰ।
ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕ। ਸਤਿਗੁਰੂ ਗੁਰਦੇਵ ਜੀ ਦੇ ਹੁਕਮ ਨੂੰ ਜੀਵਨ ਵਿੱਚ ਵਸਾ ਕੇ ਕਰ ਕੀ ਸਦਾ ਅਟਲ ਰਹਿਣ ਵਾਲੇ ਸੱਚੇ ਪਰਿਪੂਰਨ ਪਰਮਾਤਮਾ ਦੇ ਹੁਕਮ ਦੇ ਵਿੱਚ ਤੁਰਨ ਦੀ ਸ਼ਕਤੀ ਤੈਨੂੰ ਗੁਰੂ ਕੋਲੋਂ ਮਿਲੇਗੀ। ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾਵੇਂਗਾ, ਖਿਨ ਖਿਨ ਹਰ ਪਲ ਹਰ ਘੜੀ ਹਰ ਸਮੇਂ ਆਪਣੇ ਮਨ ਨੂੰ ਗੁਰੂ ਸ਼ਬਦ ਨਾਲ ਜੋੜ। ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕ ਓੰਕਾਰ। ਗੁਰੂ ਦੀ ਸ਼ਰਨ ਪੈ ਕੇ ਤੂੰ ਸਦਾ ਸਰਬ ਵਿਆਪਕ ਪਰਮਾਤਮਾ ਨੂੰ ਚੇਤੇ ਕਰ। ਰਹਾਓ, ਇਹ ਰਹਾਓ ਦੇ ਬੰਦ ਆਪਾਂ ਪਹਿਲਾਂ ਵਿਚਾਰ ਲਏ ਨੇ। ਅਗਲੀਆਂ ਬੰਦ ਆ, ਅਗਲੀਆਂ ਪੰਕਤੀਆਂ ਨੇ, ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ। ਦੇਖੋ ਕਿੰਨੇ ਪਿਆਰੇ ਸਤਿਗੁਰੂ ਆਪ ਬੋਲਦੇ ਨੇ। ਅਸੀਂ ਬਸ ਇੰਨਾ ਕਰਨਾ ਹੈ, ਅਸੀਂ ਗੁਰੂ ਕੋਲੋਂ ਮੱਤ ਲੈ ਕੇ ਆਪਣੇ ਜੀਵਨ 'ਚ ਵਸਾਉਣਾ ਹੈ। ਇਹ ਤੇ ਅਸੀਂ ਕਰੀਏ ਨਾ, ਯਤਨ ਤੇ ਅਸੀਂ ਕਰਨਾ ਹੈ ਨਾ। ਦੇਖੋ ਗੁਰੂ ਸਤਿਗੁਰ ਨੇ ਸਾਨੂੰ ਮੰਜ਼ਿਲ ਦੱਸੀ ਹੈ, ਤਰੀਕਾ ਦੱਸ ਦਿੱਤਾ ਹੈ, ਜੁਗਤੀਆਂ ਦੱਸ ਦਿੱਤੀਆਂ ਨੇ, ਹੁਣ ਫਾਲੋ ਤੇ ਅਸੀਂ ਕਰਨੀਆਂ ਨੇ। ਪਰ ਜੇ ਅਸੀਂ ਕੇਵਲ ਸੁਣ ਰਹੇ ਹਾਂ, ਕਰ ਨਹੀਂ ਰਹੇ, ਉੱਥੇ ਹੀ ਖਲੋਤੇ ਹਾਂ। ਜਿਵੇਂ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਬੜਾ ਪਿਆਰਾ ਕਿਹਾ, ਕਹਿੰਦੇ ਜਿਹੜਾ ਤੇਲੀ ਦਾ ਬਲਦ ਆ ਨਾ, ਪੁਰਾਣੇ ਸਮੇਂ 'ਚ ਜਿਹੜੇ ਤੇਲੀ ਕੋਹਲੂ ਹੁੰਦੇ ਸੀ ਨਾ, ਉਹ ਬਲਦ ਦੇ ਨਾਲ ਗੇੜੇ ਜਾਂਦੇ ਸੀ। ਤੇ ਜਿਹੜਾ ਤੇਲੀ ਹੁੰਦਾ ਸੀ ਨਾ, ਉਹ ਪਤਾ ਕੀ ਸੋਚਦਾ ਸੀ ਵੀ ਬਲਦ ਨੇ ਸਾਰਾ ਦਿਨ ਗੋਲ ਗੋਲ ਘੁੰਮਣਾ, ਜੇ ਇਹ ਐਵੇਂ ਘੁੰਮੇਗਾ ਥੱਕ ਜਾਏਗਾ। ਉਹਦੀਆਂ ਅੱਖਾਂ ਤੇ ਨਾ ਬਲਦ ਦੇ ਉਹ ਪੱਟੀਆਂ ਬੰਨ੍ਹ ਦਿੰਦਾ ਸੀ ਤੇ ਸਾਰੀ ਦਿਹਾੜੀ ਬਲਦ ਉਸ ਕੋਹਲੂ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਸੀ। ਸਾਡੀ ਵੀ ਹਾਲਤ ਇਹੀ ਹੈ। ਅਸੀਂ ਵੀ ਸਾਰੀ ਦਿਨ ਮਾਇਆ ਦੇ ਪਿੱਛੇ, ਵਿਕਾਰਾਂ ਦੇ ਪਿੱਛੇ ਸਾਰਾ ਦਿਨ ਆਪਣੇ ਅੰਦਰ ਸਰੀਰ ਤੇ ਸਵੇਰੇ ਧੋ ਲੈਂਦੇ ਆ, ਨਹਾ ਲੈਂਦੇ ਸਵੇਰੇ ਬਾਥਰੂਮ 'ਚ ਵੜ ਕੇ, ਪਰ ਜਿਹੜੀ ਅੰਦਰ ਮੈਲ ਇਕੱਠੀ ਕਰੀ ਜਾਂਦੇ ਆ, ਅੱਖਾਂ ਤੋਂ, ਕੰਨਾਂ ਤੋਂ, ਜੀਭਾ ਤੋਂ ਵਾੜੀ ਜਾਂਦੇ, ਅੰਦਰ ਮੈਲ ਅੰਦਰ ਪਈ ਜਾਂਦੀ ਹੈ ਗੰਦੀਆਂ ਸੋਚਾਂ ਦੀ। ਸਾਰਾ ਦਿਨ ਘੁੰਮੀ ਜਾਂਦੇ ਉਸ ਤੇਲੀ ਦੇ ਬਲਦ ਵਾਂਗੂ। ਪਰ ਜਿੱਦਣ ਅੱਖਾਂ ਖੁੱਲ੍ਹਦੀਆਂ ਨਾ ਗੁਰੂ ਸ਼ਬਦ ਦੇ ਨਾਲ, ਉਦਣ ਉਹੀ ਥਾਂ ਤੇ ਉਹੀ ਟਿਕਾਣੇ ਤੇ ਖਲੋਤੇ ਹੁੰਦੇ। ਇਹ ਤੋਂ ਜ਼ਿਆਦਾ ਕੁਝ ਨਹੀਂ। ਤੇਲੀ ਦੇ ਬਲਦ ਦਾ ਵੀ ਇਹੀ ਹਾਲਤ ਹੈ। ਉਹ ਪੱਟੀ ਸਿਰ ਤੇ ਬੰਨ੍ਹਦਾ ਹੈ, ਸਾਰਾ ਦਿਨ ਘੁੰਮਦਾ ਰਹਿੰਦਾ ਹੈ। ਜਦੋਂ ਪੱਟੀ ਸ਼ਾਮ ਨੂੰ ਖੁੱਲਦੀ, ਉਹ ਸੋਚਦਾ ਅੱਜ ਮੈਂ ਬੜਾ ਮੰਜ਼ਿਲ ਤੈਅ ਕੀਤੀਆਂ ਨੇ, ਪਰ ਉੱਥੇ ਦਾ ਉੱਥੇ ਹੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚਲਿਓ, ਨੈਣ ਉਘਰਾਤ ਵਈ ਥਾਉ ਹੀ ਟਿਕਾਣੋ ਹੈ। ਕਹਿੰਦੇ ਬਲਦ ਸੋਚਦਾ ਅੱਜ ਮੈਂ ਬੜਾ ਵੱਡੀ ਯਾਤਰਾ ਕੀਤੀ ਹੈ, ਨੇਤਰ ਖੁੱਲਦੇ ਨੇ ਉੱਥੇ ਦਾ ਉੱਥੇ ਹੀ ਹੈ। ਸਾਡੀ ਵੀ ਜ਼ਿੰਦਗੀ ਐਵੇਂ ਦੀ ਹੀ ਹੈ ਵੀਰ ਮੇਰਿਓ। ਅਸੀਂ ਗੁਰੂ ਜੀ ਤੇ ਕੇਵਲ ਮੱਥੇ ਟੇਕਣ ਤੱਕ ਸੀਮਤ ਰੱਖ ਲਿਆ। ਗੁਰੂ ਜੀ ਨੂੰ ਅਸੀਂ ਕੇਵਲ ਆਪਣੇ ਖੁਸ਼ੀ ਗਮੀਆਂ ਦੇ ਪ੍ਰੋਗਰਾਮਾਂ ਤੱਕ ਸੀਮਤ ਰੱਖ ਲਿਆ, ਪਰ ਗੁਰੂ ਦੀ ਗੱਲ ਮੰਨੀ ਨਹੀਂ। ਜਦ ਤੱਕ ਗੁਰੂ ਦੀ ਗੱਲ ਨੂੰ ਨਹੀਂ ਮੰਨਦੇ, ਗੁਰੂ ਦੀ ਮੱਤ ਤੇ ਨਹੀਂ ਤੁਰਦੇ, ਅਸੀਂ ਆਜ਼ਾਦ ਹੋ ਹੀ ਨਹੀਂ ਸਕਦੇ, ਗੁਲਾਮ ਹੀ ਰਵਾਂਗੇ। ਗੁਲਾਮੀ ਅਸੀਂ ਆਪ ਸਹੇੜੀ ਹੈ। ਅਸੀਂ ਆਪਣੇ ਆਪ ਦੇ ਗੁਲਾਮ ਆ, ਆਪਣੇ ਅਵਗੁਣਾਂ ਦੇ, ਆਪਣੀਆਂ ਕਮਜ਼ੋਰੀਆਂ ਦੇ, ਆਪਣੇ ਝੂਠ ਦੇ। ਸੱਚ ਗੁਲਾਮੀ ਨਹੀਂ ਹੁੰਦੀ। ਜਿਹਦੇ ਅੰਦਰ ਸੱਚ ਵਸ ਗਿਆ ਉਹ ਗੁਲਾਮ ਨਹੀਂ ਹੁੰਦਾ, ਕਿਉਂਕਿ ਉਹਦੇ ਅੰਦਰ ਕੋਈ ਹੈ ਹੀ ਕੁਝ ਨਹੀਂ ਕਮਜ਼ੋਰੀਆਂ। ਸੱਚ ਦੇ ਰਸਤੇ ਤੇ ਤੁਰਨ ਵਾਲੇ ਮਨੁੱਖ ਨੂੰ ਕਦੀ ਵੀ ਝੂਠ ਦਾ ਸਹਾਰਾ ਨਹੀਂ ਲੈਣਾ ਪੈਂਦਾ, ਕਿਉਂਕਿ ਉਹ ਹਮੇਸ਼ਾ ਹੀ ਅੰਦਰੋਂ ਬਾਹਰੋਂ ਇੱਕ ਵਰਗਾ ਜੀਵਨ ਜਿਉਂਦਾ ਹੈ। ਇਸੇ ਕਰਕੇ ਸਾਹਿਬ ਕਹਿੰਦੇ, ਗੁਰਮੁਖਾਂ ਕੇ ਮੁਖ ਉਜਲੇ। ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੀ ਮੱਤ ਲੈਣ ਵਾਲੇ ਜਿਹੜੇ ਗੁਰੂ ਦੇ ਸਿੱਖ ਆ ਨਾ, ਉਹਨਾਂ ਦੇ ਮੁਖ ਸਦਾ ਉਜਲੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਮੁਖ ਉੱਤੇ ਝੂਠ ਦੀਆਂ ਚੋਟਾਂ ਨਹੀਂ ਹੁੰਦੀਆਂ। ਉਹਨਾਂ ਦੇ ਚਿਹਰੇ ਦੇ ਪਿੱਛੇ ਕੋਈ ਹੋਰ ਚਿਹਰੇ ਨਹੀਂ ਛੁਪੇ ਹੁੰਦੇ। ਉਹਨਾਂ ਦਾ ਚਿਹਰਾ ਇੱਕ ਹੀ ਹੁੰਦਾ ਹੈ, ਅੰਦਰੋਂ ਬਾਹਰੋਂ ਇੱਕ ਹੀ ਚਿਹਰਾ ਹੈ। ਗੁਰ ਸ਼ਬਦੀ ਵਿਚਾਰ, ਉਹ ਗੁਰੂ ਦੀ ਸ਼ਬਦ ਤੇ ਤੁਰ ਕੇ, ਗੁਰੂ ਦੀ ਮੱਤ ਤੇ ਤੁਰ ਕੇ, ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਜੀਵਨ ਨੂੰ ਸੱਚ ਦੇ ਰਸਤੇ ਤੇ ਤੋਰ ਲੈਂਦੇ ਹਨ। ਹਾਲਤ ਪਲਤ ਸੁਖ ਪਾਇਂਦੇ, ਜਪ ਜਪ ਹਿਰਦੈ ਮੁਰਾਰ। ਹਾਲਤ ਪਲਤ, ਹੁਣ ਦੋ ਸ਼ਬਦ ਇੱਥੇ ਆਏ ਨੇ, ਹਲਤ ਪਲਤ ਸਮਝਣ ਵਾਲੇ ਸ਼ਬਦ ਨੇ। ਆਮ ਕਰਕੇ ਇਹਦੇ ਅਰਥ ਇਹੀ ਕੀਤੇ ਆ। ਹਲਤ ਮਤਲਬ ਸੰਸਾਰ, ਪਲਤ ਮਤਲਬ ਕੋਈ ਦੂਸਰਾ ਲੋਕ। ਜਿਵੇਂ ਆਪਾਂ ਕਹਿੰਦੇ ਆ ਵੀ ਪਰਲੋਕ ਜਾਣਾ ਹੈ, ਗੁਰਮਤ ਨੇ ਕਿਸੇ ਲੋਕ ਪਰਲੋਕ ਦੀ ਗੱਲ ਨਹੀਂ ਕੀਤੀ। ਜਿਹੜੀ ਗੁਰਮਤ ਵਿੱਚ ਕਿਤੇ ਲੋਕ ਪਰਲੋਕ ਦੇ ਜੇ ਸ਼ਬਦਿਕ ਤੌਰ ਤੇ ਅਰਥ ਹੈ, ਸਾਹਿਬ ਕਹਿੰਦੇ ਉਹਨਾਂ ਲੋਕਾਂ ਨੇ ਇਹ ਮਿੱਥ ਲਿਆ ਕਿ ਇੱਕ ਲੋਕ ਹੈ ਤੇ ਇੱਕ ਪਰਲੋਕ ਹੈ। ਸਤਿਗੁਰੂ ਕਹਿੰਦੇ ਲੋਕ ਕੀ ਹੈ?
ਜਦੋਂ ਤੂੰ ਸੰਸਾਰ ਦੀਆਂ ਮਾਇਕ ਪਦਾਰਥਾਂ ਦੇ ਵਿੱਚ ਗ੍ਰਸਤ ਹੋ ਜਾਣਾ, ਉਹ ਹਲਤ ਹੈ। ਤੇ ਪਲਤ ਕੀ ਹੈ? ਜਦੋਂ ਇਸ ਮਾਇਕ ਪਦਾਰਥਾਂ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਨਾਲ ਜੁੜ ਜਾਣਾ, ਉਹ ਪਲਤ ਹੈ। ਭਾਵ ਜੇ ਮੈਂ ਸੰਸਾਰ ਦੇ ਵਿੱਚ ਗਲਤਾਨ ਆ, ਇਸ ਮੋਹ ਦੇ ਚਿੱਕੜ ਦੇ ਵਿੱਚ ਡੁੱਬਿਆ ਤੇ ਮੈਂ ਹਲਤ ਵਿੱਚ ਚੱਲ ਰਿਹਾ, ਤੇ ਜਦੋਂ ਮੈਂ ਇੱਥੇ ਹੀ ਬਹਿ ਕੇ ਸੰਸਾਰ ਦੇ ਵਿੱਚ ਆਪਣੇ ਪਰਿਵਾਰਿਕ ਫਰਜ਼ ਨਿਭਾਉਂਦਿਆਂ ਪ੍ਰਮਾਤਮਾ ਦੇ ਨਾਲ ਜੁੜ ਗਏ ਤੇ ਉਹ ਪਲਤ ਹੈ। ਹੁਣ ਦੋਵੇਂ ਹੀ ਪੱਖ ਸਤਿਗੁਰੂ ਕਹਿੰਦੇ ਗੁਰੂ ਦਾ ਸਿੱਖ ਬਰਾਬਰ ਰੱਖਦਾ ਹੈ। ਹਾਲਤ ਉਹ ਆਪਣੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਪਲਤ ਉਹ ਆਪਣੇ ਪ੍ਰਮਾਤਮਾ ਦੇ ਗਿਆਨ ਤੇ ਪ੍ਰਮਾਤਮਾ ਦੇ ਹੁਕਮ ਨੂੰ ਵੀ ਜੀਵਨ 'ਚ ਵਸਾਉਂਦਾ ਹੈ। ਗੁਰੂ ਦੇ ਸਿੱਖ ਦਾ ਜੀਵਨ ਕੀ ਹੈ? ਹਲਤ ਪਲਤ ਸੁਖ ਪਾਏਂਦਾ। ਹਲਤ ਉਹਦਾ ਪਰਿਵਾਰਿਕ ਜੀਵਨ ਵੀ ਸੁਖੀ ਹੋ ਜਾਂਦਾ ਹੈ, ਪਲਤ ਉਹਦਾ ਆਤਮਿਕ ਜੀਵਨ ਵੀ ਸੁਖੀ ਹੋ ਜਾਂਦਾ ਹੈ। ਇਸ ਕਰਕੇ ਉਹ ਇੱਥੇ ਆਪਣੇ ਸੰਸਾਰਿਕ ਜੀਵਨ ਵਿੱਚ ਹਾਲਤ ਪਲਤ ਤੇ ਪਰਿਵਾਰਿਕ ਜੀਵਨ ਦੇ ਵਿੱਚ ਤੇ ਆਤਮਿਕ ਜੀਵਨ ਦੇ ਵਿੱਚ ਸਦੀਵੀ ਸੁੱਖਾਂ ਦਾ ਖਜ਼ਾਨਾ ਉਹਦੇ ਕੋਲ ਰਹਿੰਦਾ ਹੈ। ਜਪ ਜਪ ਹਿਰਦੇ ਮੁਰਾਰ, ਬਾਰ-ਬਾਰ ਉਹ ਜਪ ਕੇ ਸਿਮਰ ਸਿਮਰ ਕੇ ਪ੍ਰਮਾਤਮਾ ਨੂੰ, ਭਾਵ ਇੱਕ ਛਿਨ ਇੱਕ ਸੈਕਿੰਡ ਵਾਸਤੇ ਵੀ ਉਹ ਪ੍ਰਮਾਤਮਾ ਤੋਂ ਦੂਰ ਨਹੀਂ ਹੁੰਦਾ। ਉਹਦੇ ਸਵਾਸ ਸਵਾਸ ਰੋਮ ਰੋਮ ਅੰਗ ਅੰਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ, ਇੱਕ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਹੈ। ਫਿਰ ਉਹ ਸਦਾ ਵਾਸਤੇ ਪ੍ਰਮਾਤਮਾ ਦੇ ਨਾਲ ਆਪਣਾ ਚਿੱਤ ਜੋੜ ਕੇ ਰੱਖਦਾ ਹੈ। ਉਹ ਫਿਰ ਆਪਣੇ ਪਰਿਵਾਰਿਕ ਜੀਵਨ ਨੂੰ ਵੀ ਬੈਲੈਂਸ ਕਰਦਾ ਹੈ ਤੇ ਆਪਣੇ ਆਤਮਿਕ ਜੀਵਨ ਨੂੰ ਵੀ, ਧਾਰਮਿਕ ਜੀਵਨ ਨੂੰ ਵੀ ਬੈਲੈਂਸ ਕਰਦਾ ਹੈ। ਘਰ ਹੀ ਵਿੱਚ ਮੈਲ ਪਾਇਆ ਗੁਰ ਸ਼ਬਦੀ ਵਿਚਾਰ। ਕਮਾਲ ਦੇ ਬਚਨ ਨੇ। ਦੇਖੋ ਮੈਂ ਤੇ ਕਮਾਲ ਕਈ ਵਾਰੀ ਹੈਰਾਨ ਹੋ ਜਾਣਾ, ਵਿਸਮਾਦ ਹੋ ਜਾਣਾ, ਕਿਤੇ ਵੀ ਦੇਹ ਦੀ ਬਾਤ ਨਹੀਂ ਹੈ। ਹੁਣ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ, ਸਤਿਗੁਰੂ ਜੀ ਬਾਰ-ਬਾਰ ਗੁਰੂ ਸ਼ਬਦ ਦੀ ਗੱਲ ਕਰ ਰਿਹਾ ਹੈ। ਕਹਿੰਦੇ ਸ਼ਬਦ ਵਿੱਚੋਂ ਮਿਲਿਆ ਮੈਨੂੰ, ਘਰ ਹੀ ਵਿੱਚ ਮੈਲ ਪਾਇਆ। ਕਹਿੰਦੇ ਮੈਂ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਪਰਿਪੂਰਨ ਪ੍ਰਮਾਤਮਾ ਦਾ ਸਦਾ ਅਟਲ ਰਹਿਣ ਵਾਲਾ ਸੱਚਾ ਮਹਿਲ ਮੈਨੂੰ ਮਿਲ ਗਿਆ। ਕਿਵੇਂ? ਗੁਰੂ ਸ਼ਬਦੀ ਵਿਚਾਰ। ਗੁਰੂ ਸ਼ਬਦ ਦੀ ਵਿਚਾਰ ਕੀਤਿਆਂ, ਗੁਰੂ ਸ਼ਬਦ ਤੋਂ ਗਿਆਨ ਲਿਆ, ਗੁਰੂ ਮਤ ਲਿਆ। ਸਤਿਗੁਰੂ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ। ਕਹਿੰਦੇ ਜਿਹੜੇ ਮਨੁੱਖ ਗੁਰੂ ਵੱਲੋਂ ਜਿਨ੍ਹਾਂ ਨੇ ਮੂੰਹ ਪਰੇ ਕਰ ਲਿਆ। ਕਿਵੇਂ ਭਾਵ? ਹੁਣ ਇੱਥੇ ਮੜ ਜੀ ਗੱਲ ਸਮਝੀਏ। ਸਤਿਗੁਰੂ ਤੇ ਜੋ ਮੂੰਹ ਫੇਰੇ, ਕਿਵੇਂ ਸਤਿਗੁਰੂ ਤੋਂ ਮੂੰਹ ਫੇਰ ਲਿਆ? ਜਿਨ੍ਹਾਂ ਨੇ ਗੁਰੂ ਦੀ ਮੰਨਣੀ ਬੰਦ ਕਰ ਦਿੱਤੀ, ਜਿਹੜੇ ਕਹਿੰਦੇ ਅਸੀਂ ਨਹੀਂ ਮੰਨਦੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ, ਜੋ ਕੇਵਲ ਮੱਥੇ ਟੇਕਦੇ ਨੇ। ਜੇ ਕੀਰਤਨੀਏ ਸਿੰਘ ਕੀਰਤਨ ਕਰ ਰਿਹਾ, ਭਾਈ ਸਾਹਿਬ ਜੀ ਸਾਡੇ ਘਰ ਖੁਸ਼ੀ ਦਾ ਸਮਾਗਮ ਆ ਤੁਸੀਂ ਗਮੀ ਦਾ ਸ਼ਬਦ ਪੜ੍ਹੀ ਜਾਂਦੇ ਆ। ਸਾਡੇ ਘਰ ਅੱਜ ਗਮੀ ਹੈ, ਤੁਸੀਂ ਖੁਸ਼ੀਆਂ ਦੇ ਗੀਤ ਪੜ੍ਹੀ ਜਾਂਦੇ ਆ ਗਿਆਨੀ ਜੀ ਤੁਸੀਂ ਹੁਕਮਨਾਮਾ ਕੀ ਸੁਣਾਈ ਜਾਂਦੇ ਆ। ਗੱਲ ਕੀ, ਮੈਂ ਗੁਰੂ ਦੀ ਜਿੱਥੇ ਨਹੀਂ ਸੁਣ ਰਿਹਾ। ਅੱਜ ਗੁਰਦੁਆਰਿਆਂ 'ਚ ਹੀ ਹੋ ਰਿਹਾ ਨਾ। ਕੌਣ ਬੋਲ ਰਿਹਾ ਗੁਰਦੁਆਰਿਆਂ 'ਚ? ਗੁਰੂ ਬੋਲ ਰਿਹਾ। ਗੁਰੂ ਨੂੰ ਤੇ ਕੇਵਲ ਰੁਮਾਲੀਆਂ 'ਚ ਲਪੇਟਿਆ। ਜਿਹੜਾ ਮੇਰੇ ਵਰਗਾ ਗ੍ਰੰਥੀ, ਅਸੀਂ ਉਹਦੇ ਉੱਪਰ ਰੋਹਬ ਹੈ ਪ੍ਰਬੰਧਕ ਸਾਹਿਬ ਦਾ ਵੀ ਤੁਸੀਂ ਇਹ ਸੁਣਾਉਣਾ ਜੋ ਅਸੀਂ ਕਵਾਂਗੇ। ਸ਼ਰਾਬ ਦੀ ਗੱਲ ਨਹੀਂ ਤੁਸੀਂ ਕਰਨੀ, ਕਿਉਂਕਿ ਸਾਡੀਆਂ ਫਰਿੱਜਾਂ ਉਹਦੇ ਵਿੱਚ ਭਰੀਆਂ ਰਹਿੰਦੀਆਂ ਨੇ। ਤੁਸੀਂ ਇੱਥੇ ਹੋਰ ਕੋਈ ਗੱਲ ਨਹੀਂ ਕਰਨੀ। ਜਿਸ ਨੂੰ ਪ੍ਰਬੰਧਕ ਜਿਸ ਸਾਧ ਨੂੰ ਮੰਨਦੇ ਨੇ, ਉੱਥੇ ਉਸ ਸਾਧ ਦੀ ਗੱਲ ਨਹੀਂ ਹੋਣੀ। ਜੇ ਕੋਈ ਸ਼ਬਦ ਆ ਗਿਆ, ਉਹ ਸ਼ਬਦ ਬਦਲ ਦਿੱਤਾ ਜਾਣਾ ਹੈ। ਕਿਉਂਕਿ ਇਹ ਮਨੁੱਖ ਐਸੇ ਬਹੁਤਾਤ ਨੇ, ਇੱਕ ਨਹੀਂ ਬਹੁਤ ਲੱਭ ਜਾਣਗੇ ਤੁਹਾਨੂੰ, ਜਿਹੜੇ ਗੁਰਦੁਆਰਿਆਂ 'ਚ ਹੀ ਗੁਰੂ ਦੀ ਗੱਲ ਨਹੀਂ ਚੱਲਣ ਦਿੰਦੇ। ਗੁਰੂ ਨਾਨਕ ਕਹਿੰਦੇ ਆ ਗੁਰੂ ਘਰ, ਪਰ ਉੱਥੇ ਗੁਰੂ ਦੀ ਹੀ ਨਹੀਂ ਚੱਲਦੀ। ਦੇਖੋ ਕਿਸ ਤਰ੍ਹਾਂ ਦੀ ਗੱਲ ਹੈ ਨਾ। ਤੇ ਸਾਹਿਬ ਕਹਿੰਦੇ ਚੇਤਾ ਰੱਖਿਓ, ਸਤਿਗੁਰੂ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ। ਕਹਿੰਦੇ ਜਿਹੜੇ ਮਨੁੱਖ ਗੁਰੂ ਜੀ ਵੱਲੋਂ ਮੂੰਹ ਭਵਾ ਲੈਂਦੇ ਹਨ, ਮੂੰਹ ਮੋੜ ਲੈਂਦੇ ਹਨ, ਉਹਨਾਂ ਦੇ ਮੱਥੇ ਸਦਾ ਵਿਕਾਰਾਂ ਦੇ ਨਾਲ ਭਰੇ ਰਹਿੰਦੇ ਹਨ। ਉਹਨਾਂ ਦੇ ਮਤ ਦੇ ਵਿੱਚ ਗੰਦਗੀ ਰਹਿੰਦੀ ਹੈ, ਉਹਨਾਂ ਦੇ ਸੁਭਾਅ ਦੇ ਵਿੱਚ ਗੰਦਗੀ ਰਹਿੰਦੀ ਹੈ। ਉਹ ਭ੍ਰਿਸ਼ਟੇ ਰਹਿੰਦੇ ਹਨ ਤੇ ਉਹਨਾਂ ਨੂੰ ਸਦਾ ਆਪਣੇ ਅੰਦਰੋਂ ਫਿਟਕਾਰਾਂ ਪੈਂਦੀਆਂ ਹਨ। ਆਤਮਾ ਉਹਨਾਂ ਨੂੰ ਫਿਟਕਾਰਾਂ ਮਾਰਦੀ ਹੈ। ਅਨ ਦਿਨ ਦੁੱਖ ਕਮਾਵੰਦੇ ਨਿਤ ਜੋਹੇ ਜਮ ਜਾਲੇ। ਅਨ ਦਿਨ ਦਾ ਅਰਥ ਹੈ ਦਿਨ ਰਾਤ। ਦੁੱਖ ਕਮਾਵੰਦੇ, ਉਹ ਬਸ ਸਾਰਾ ਦਿਨ ਜੀਵਨ ਦੇ ਵਿੱਚ ਉਹ ਦੁਖੀ ਹੀ ਰਹਿੰਦੇ ਹਨ ਤੇ ਦੁੱਖ ਹੀ ਕਮਾਉਂਦੇ ਹਨ ਤੇ ਨਿਤ ਵਿਕਾਰਾਂ ਰੂਪੀ ਜਮਾਂ ਦੀ ਫਾਹੀ ਦੇ ਵਿੱਚ ਉਹ ਫਸੇ ਰਹਿੰਦੇ ਹਨ।
ਸੁਪਨੇ ਸੁਖ ਨਾ ਦੇਖਣੀ, ਬਹੁਤ ਚਿੰਤਾ ਪਰ ਜਾਲੇ। ਕਹਿੰਦੇ ਉਹਨਾਂ ਨੂੰ ਕਦੀ ਭੁੱਲ ਕੇ ਸੁਪਨੇ 'ਚ ਵੀ ਆਤਮਿਕ ਸੁੱਖ ਨਹੀਂ ਮਿਲ ਸਕਦਾ। ਉਹ ਚਿੰਤਾਵਾਂ ਤੇ ਪਰੇਸ਼ਾਨੀਆਂ ਦੇ ਜਾਲ ਦੇ ਵਿੱਚ ਹੀ ਘਿਰੇ ਰਹਿੰਦੇ ਹਨ। ਹੁਣ ਅਗਲਾ ਬੰਦ ਹੈ। ਸਭ ਕਹਿੰਦੇ ਪਰ ਉਹ ਪਰਿਪੂਰਨ ਪਰਮਾਤਮਾ ਐਸਾ ਪਿਆਰਾ ਵਾ ਨਾ, ਉਹ ਸਾਰਿਆਂ ਦੇ ਸਿਰ ਉੱਪਰ ਰਹਿਮਤ ਦਾ ਹੱਥ ਰੱਖਦਾ। ਸਭਨਾ ਕਾ ਦਾਤਾ ਏਕ ਹੈ, ਆਪੇ ਬਖਸ਼ ਕਰੇ। ਹੁਣ ਸਤਿਗੁਰੂ ਜੀ ਬੜੇ ਪਿਆਰ ਨਾਲ ਤਰਸ ਖਾ ਕੇ, ਜਿਹੜੇ ਲੋਕ ਵਿਕਾਰਾਂ ਦੇ ਮਾਰੇ ਨੇ, ਫਟਕਾਰੇ ਹੋਏ ਨੇ, ਉਹਨਾਂ ਤੇ ਤਰਸ ਖਾ ਕੇ ਕਹਿੰਦੇ, ਹੇ ਮੇਰੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਤੇ ਬੜੇ ਪਿਆਰੇ ਹੋ। ਸਾਡੇ 'ਚ ਅਵਗੁਣ ਨੇ, ਪਰ ਤੁਹਾਡੇ 'ਚ ਕੋਈ ਅਵਗੁਣ ਨਹੀਂ। ਅਸੀਂ ਵਿਕਾਰਾਂ ਦੇ ਮਾਰੇ ਆ, ਈਰਖਾ ਦੇ ਭਰੇ ਆ, ਨਿੰਦਾ ਦੇ ਭਰੇ ਆ, ਅਵਗੁਣਾਂ ਦੇ ਭਰੇ ਆ, ਪਰ ਹੇ ਦਾਤਾ ਤੂੰ ਤੇ ਸਾਰਿਆਂ ਦਾ ਇੱਕ ਹੀ ਹੈ ਨਾ। ਤੂੰ ਆਪ ਹੀ ਬਖਸ਼ ਕਰ, ਆਪ ਹੀ ਰਹਿਮਤ ਕਰ, ਇਹਨਾਂ ਨੂੰ ਬਖਸ਼ ਲਾ, ਇਹਨਾਂ ਪਾਪੀਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਾ, ਤਾਂ ਕਿ ਇਹਨਾਂ ਦੇ ਅੰਦਰ ਸੱਚ ਦਾ ਪ੍ਰਗਾਸ ਹੋ ਜਾਵੇ। ਕਹਿਣਾ ਕਿਛੂ ਨਾ ਜਾਵਈ, ਜਿਸ ਭਾਵੈ ਤਿਸ ਦੇ। ਮੈਂ ਕੀ ਕਹਿ ਸਕਦਾ, ਕੀ ਮੰਗ ਸਕਦਾ ਤੇਰੇ ਕੋਲੋਂ, ਕਿਉਂਕਿ ਮੈਨੂੰ ਤੇ ਇੱਕ ਗੱਲ ਸਮਝ ਪਈ ਹੈ, ਮੈਂ ਜਿੰਨੀ ਵਾਰੀ ਮੰਗਾਂਗਾ ਨਾ, ਮੇਰੀ ਮਤ ਦਾ ਵਿਕਾਸ ਬੜਾ ਛੋਟਾ ਹੈ। ਪਰ ਹੇ ਪਰਿਪੂਰਨ ਪਰਮਾਤਮਾ ਜੀ, ਜਿਹਨੂੰ ਤੂੰ, ਜਿਹੜਾ ਤੈਨੂੰ ਭਾ ਜਾਂਦਾ ਵਾ ਨਾ, ਜਿਹੜਾ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਸਮਾ ਲੈਂਦਾ ਹੈ, ਆਪ ਤੇਰੇ ਰਸਤੇ ਤੇ ਤੁਰਨ ਲੱਗ ਪੈਂਦਾ ਹੈ, ਤੇ ਜਿਹਦੇ ਉੱਪਰ ਤੂੰ ਫਿਰ ਖੁਸ਼ ਹੋ ਜਾਣਾ, ਜਿਹਦੇ ਉੱਪਰ ਤੂੰ ਪ੍ਰਸੰਨ ਹੋ ਜਾਣਾ, ਉਹਨੂੰ ਪਤਾ ਤੂੰ ਕੀ ਦਿੰਦਾ ਹੈ। ਸਤਿਗੁਰੂ ਕਹਿੰਦੇ ਪਤਾ ਉਹਨੂੰ ਪ੍ਰਮਾਤਮਾ ਜੀ ਕੀ ਦਿੰਦੇ ਨੇ? ਉਹਨੂੰ ਆਪਣਾ ਗਿਆਨ ਦੇ ਦਿੰਦੇ ਨੇ, ਉਹਨੂੰ ਆਪਣੀ ਸਮਝ ਦੇ ਦਿੰਦੇ ਨੇ, ਆਪਣੇ ਘਰ ਦਾ ਪਤਾ ਦੇ ਦਿੰਦੇ ਨੇ, ਉਹਦੇ ਨਾਲ ਆਪਣੀ ਜੀਵਨ ਦੀ ਸਾਂਝ ਪਾ ਲੈਂਦੇ ਨੇ। ਗੱਲ ਕੀ, ਜਿਹਨੂੰ ਆਪਾਂ ਕਹਿ ਦਈਏ ਨਾ, ਹੁਣ ਇੱਕ ਮਾਫ ਕਰਨਾ, ਰਾਜਾ ਕਹਿ ਦੇਵੇ ਕਿਸੇ ਨੂੰ, ਅੱਜ ਤੋਂ ਤੂੰ ਰਾਜੇ ਦਾ ਬੰਦਾ ਵਾਂ, ਤੇਰੇ ਉੱਤੇ ਕੋਈ ਹੱਥ ਨਹੀਂ ਲਾ ਸਕਦਾ। ਇਵੇਂ ਜਦੋਂ ਗੁਰੂ ਜੀ ਕਹਿੰਦੇ ਨਾ, ਅੱਜ ਤੋਂ ਤੂੰ ਮੇਰਾ ਬੰਦਾ ਵਾਂ, ਬੰਦਾ ਸਿੰਘ ਬਹਾਦਰ ਨੂੰ ਆਖਿਆ ਸੀ ਨਾ ਵੀ ਤੂੰ ਅੱਜ ਤੋਂ ਗੁਰੂ ਦਾ ਬੰਦਾ ਵਾਂ। ਹੁਣ ਗੁਰੂ ਦੇ ਬੰਦੇ ਨੇ, ਬੰਦੇ ਬਹਾਦਰ ਸਿੰਘ ਨੇ, ਬੰਦਾ ਸਿੰਘ ਬਹਾਦਰ ਨੇ ਗੁਰੂ ਦਾ ਬੰਦਾ ਆਖਰੀ ਸਵਾਸਾਂ ਤੱਕ ਬਣ ਕੇ ਵਿਖਾਇਆ। ਹੁਣ ਜੇ ਸਾਡੀ ਨਿਗਾਹ ਓਪਰੀ ਹੋਵੇ ਤੇ ਅਸੀਂ ਕੀ ਕਵਾਂਗੇ? ਇੰਨਾ ਦੁੱਖ, ਗੁਰੂ ਦਾ ਬੰਦਾ ਹੋ ਕੇ ਇੰਨਾ ਦੁੱਖ, ਜਿਹੜੇ ਜੀਵਨ ਦੇ ਵਿੱਚ ਦੁੱਖ ਦਾ ਇੱਕ ਵੀ ਐਸਾ ਦਿਨ ਨਹੀਂ ਜਿਹੜਾ ਦੁੱਖ ਹੀ ਨਾ ਨਿਕਲਿਆ ਹੋਵੇ। ਪਰ ਪੁੱਛ ਕੇ ਵੇਖੋਗਾ ਕਿਤੇ ਬੰਦਾ ਸਿੰਘ ਬਹਾਦਰ ਜੀ ਨੂੰ ਕਿ ਤੁਸੀਂ ਦੁਖੀ ਹੋ? ਕਹਿੰਦੇ ਨਹੀਂ। ਅਸਲੀ ਤੇ ਹੁਣ ਅੱਜ ਹੀ ਹੈ ਗੁਰੂ ਦਾ ਬੰਦਾ ਬਣਨ ਦੀ ਬਾਤ ਆਈ। ਫਰਕਸ਼ੀਅਰ ਕਹਿੰਦਾ ਹੈ ਨਾ, ਫਰਕਸ਼ੀਅਰ ਕਹਿੰਦਾ, ਇਹ ਬੰਦਾ ਬਹਾਦਰ ਸਿਆਂ, ਮੈਂ ਤੇਰੀਆਂ ਅੱਖਾਂ ਦੇ ਵਿੱਚ ਡਰ ਵੇਖਣਾ ਹੈ, ਮੈਂ ਤੈਨੂੰ ਆਪਣੇ ਪੈਰਾਂ ਦੇ ਵਿੱਚ ਤੇਰੀਆਂ ਅੱਖਾਂ ਝੁਕਾ ਕੇ ਵਿਖਾਉਣੀਆਂ ਨੇ। ਹੁਣ ਦੁਖੀ ਕੌਣ ਹੈ ਤੁਹਾਨੂੰ ਲੱਗਦਾ? ਜੇ ਤੁਸੀਂ ਨਿਗਾਹ ਮਾਰੋ, ਦੁਖੀ ਅਹੰਕਾਰ ਦਾ ਮਾਰਿਆ ਫਰਕਸ਼ੀਅਰ ਹੈ, ਜਿਹੜਾ ਰਾਤ ਨੂੰ ਵੀ ਸੌਂ ਨਹੀਂ ਪਾਉਂਦਾ। ਅੱਖਾਂ ਦੇ ਸਾਹਮਣੇ ਬੰਦਾ ਸਿੰਘ ਬਹਾਦਰ ਨਜ਼ਰ ਆਉਂਦਾ ਹੈ, ਜਦੋਂ ਅੱਖ ਖੁੱਲਦੀ ਹੈ ਤੁਰੰਤ ਆ ਕੇ ਬੰਦਾ ਸਿੰਘ ਬਹਾਦਰ ਤੇ ਅਤਿਆਚਾਰ ਕਰਨ ਲੱਗ ਪੈਂਦਾ ਹੈ। ਤੇ ਕਹਿੰਦਾ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ, ਤੇਰਾ ਹੱਸਦਾ ਮੁਸਕਰਾਉਂਦਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਹੈ। ਹੁਣ ਵੇਖਣ ਨੂੰ ਤਸੀਹੇ ਤੇ ਉਹ ਬੰਦਾ ਸਿੰਘ ਬਹਾਦਰ ਨੂੰ ਦੇ ਰਿਹਾ ਹੈ, ਪਰ ਦੁਖੀ ਕੌਣ ਹੋ ਰਿਹਾ ਹੈ? ਫਰਕਸ਼ੀਅਰ। ਕਹਿੰਦੇ ਇੱਕ ਦਿਨ ਐਸਾ ਆਉਂਦਾ ਹੈ ਕਿ ਫਰਕਸ਼ੀਅਰ ਕਹਿੰਦਾ, ਅੱਜ ਬੰਦਾ ਸਿਆਂ ਮੈਂ ਤੈਨੂੰ ਝੁਕਾ ਕੇ ਛੱਡਾਂਗਾ। ਬਾਬਾ ਬੰਦਾ ਸਿੰਘ ਬਹਾਦਰ ਦਾ ਅਜ਼ੀਜ਼ ਪੁੱਤਰ ਬਾਬਾ ਅਜੈ ਸਿੰਘ ਨੂੰ ਲਿਆ ਕੇ ਉਹਦੇ ਸਾਹਮਣੇ ਚੀਰ ਦਿੱਤਾ ਜਾਂਦਾ ਹੈ। ਕੋਈ ਐਸਾ ਬਾਪ ਦੁਨੀਆ ਦਾ ਵਿੱਚ, ਐਸੇ ਬਾਪ ਹਨ ਜਿਹੜੇ ਆਪਣੇ ਬੱਚੇ ਦਾ ਕਲੇਜਾ ਮੂੰਹ ਚ ਪਾ ਕੇ, ਜਿਹਦੇ ਕਲੇਜਾ ਤੋਂਤਾ ਜਾਵੇ ਤਾਂ ਵੀ ਆਖੇ ਮੈਂ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ ਸਿੱਖਿਆ। ਇਹ ਸਿਰ ਕੇਵਲ ਗੁਰੂ ਕਲਗੀਆਂ ਅੱਗੇ ਝੁਕਦਾ, ਹੋਰ ਕਿਸੇ ਅੱਗੇ ਨਹੀਂ। ਇਹ ਗੁਰੂ ਦਾ ਬੰਦਾ ਹੀ ਕਰ ਸਕਦਾ ਹੈ, ਇਹ ਬਾਬਾ ਬੰਦਾ ਹੀ ਕਰ ਸਕਦਾ ਹੈ। ਸਾਡੇ ਵਰਗਾ ਤੇ ਕੇਵਲ ਨਾਮ ਦੇ ਅਸੀਂ ਬੰਦੇ ਹਾਂ, ਗੁਰੂ ਦੇ ਬੰਦੇ ਨਹੀਂ ਅਸੀਂ। ਹੁਣ ਫਰਕਸ਼ੀਅਰ ਨੇ ਕੀਤਾ, ਅਜੈ ਸਿੰਘ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਤੱਕ ਦਿੱਤਾ। ਪਰ ਧੰਨ ਬਾਬਾ ਬੰਦਾ ਸਿੰਘ ਬਹਾਦਰ ਫਿਰ ਮੁਸਕਰਾਉਂਦਾ ਹੈ। ਫਰਕਸ਼ੀਅਰ ਕਹਿੰਦਾ, ਕਿਸ ਮਿੱਟੀ ਦਾ ਬਣਿਆ ਹੈ? ਤੇਰੇ ਪੁੱਤਰ ਨੂੰ ਮਾਰ ਕੇ ਮੈਂ ਕਲੇਜਾ ਤੇਰੇ ਮੂੰਹ ਚ ਤੁੰਨ ਦਿੱਤਾ ਹੈ। ਤੇ ਗੁੱਸਾ ਚੜਿਆ, ਬਾਬਾ ਅਜੈ ਸਿੰਘ ਦਾ ਸਿਰ ਪਿਆ ਸੀ, ਉਹਨੂੰ ਠੁੱਡ ਮਾਰੀ
ਤੇ ਜਾ ਕੇ ਉਹ ਸਿਰ ਬੰਦਾ ਸਿੰਘ ਬਹਾਦਰ ਦੀ ਗੋਦੀ ਵਿੱਚ ਪੈ ਗਿਆ ਤੇ ਬੰਦਾ ਸਿੰਘ ਫਿਰ ਹੱਸ ਪਿਆ। ਬਾਬਾ ਬੰਦਾ ਸਿੰਘ ਬਹਾਦਰ ਹੱਸ ਪਿਆ। ਫਰਕਸ਼ਰ ਕਹਿੰਦਾ, ਉਹ ਕਿਸ ਮਿੱਟੀ ਦਾ ਬਣਿਆ? ਤੇਰੇ ਪੁੱਤ ਦੇ ਟੁਕੜੇ ਕਰ ਕਰਕੇ ਮੈਂ ਤੇਰੀ ਝੋਲੀ 'ਚ ਪਾਤੇ, ਤੂੰ ਹੱਜ ਤੱਕ ਹੱਸਦਾ ਹੈ। ਤੇ ਬੰਦਾ ਸਿੰਘ ਬਹਾਦਰ ਕਹਿੰਦਾ, ਹੇ ਕਲਗੀਆਂ ਵਾਲਿਆ ਪਾਤਸ਼ਾਹ, ਤੂੰ ਅੱਜ ਮੈਨੂੰ ਆਪਣਾ ਬੰਦਾ ਸੱਚਮੁੱਚ ਹੀ ਬਣਾ ਲਿਆ। ਹੇ ਮੇਰੇ ਪਿਤਾ ਜੀ, ਤੁਸੀਂ ਇੱਕ ਐਸੇ ਮਹਾਨ ਗੁਰੂ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਸਿਰ ਨਸੀਬ ਨਹੀਂ ਹੋਏ, ਪਰ ਤੁਸੀਂ ਮੇਰੇ ਤੇ ਇੱਕ ਕਿਰਪਾ ਆਪਣੇ ਤੋਂ ਵੱਧ ਕਰ ਦਿੱਤੀ ਹੈ ਕਿ ਮੇਰੀ ਝੋਲੀ ਵਿੱਚ ਮੇਰੇ ਪੁੱਤਰ ਦਾ ਸਿਰ ਪਾ ਕੇ ਮੈਨੂੰ ਇਹ ਦੱਸ ਦਿੱਤਾ ਹੈ ਕਿ ਮੈਂ ਤੁਹਾਡਾ ਬੰਦਾ ਵਾਂ। ਇਹ ਹੈ ਪਿਆਰ। ਅਸੀਂ ਤੇ ਨਿੱਕਾ ਜਿਹਾ ਦੁੱਖ ਆ ਜਾਵੇ ਤੇ ਗੁਰੂ ਨੂੰ ਤਾਨੇ ਮੇਣੇ ਮਾਰਨ ਲੱਗ ਪੈਂਦੇ ਆ, ਪਰ ਧੰਨ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਗੁਰੂ ਦਾ ਬੰਦਾ ਬਣ ਕੇ ਆਖਰੀ ਸਵਾਸ ਤੱਕ ਗੁਰੂ ਵਾਸਤੇ ਕੱਢਦਾ। ਭਾਈ ਤਾਰੂ ਸਿੰਘ, ਅਸੀਂ ਤੇ ਨਾਮ ਲੈਣ ਜੋਗੇ ਆ, ਮਾਫ ਕਰਨਾ ਸਾਡਾ ਕਿਰਦਾਰ ਨਹੀਂ। ਕਹਿਣਾ ਕਿਛੁ ਨਾ ਜਾਵਈ, ਜਿਸ ਭਾਵੈ ਤਿਸ ਦੇ। ਜੋ ਕੁਝ ਪ੍ਰਭੂ ਜੀ ਤੁਸੀਂ ਕਿਸੇ ਨੂੰ ਬਖਸ਼ਦੇ ਹੋ ਨਾ, ਤੁਹਾਡੀ ਮਰਜ਼ੀ ਹੈ। ਮੈਂ ਕੁਝ ਨਹੀਂ ਕਹਿ ਸਕਦਾ, ਮੇਰੇ ਕੋਲ ਕੋਈ ਬਚਨ ਨਹੀਂ। ਜੋ ਕੁਝ ਤੁਸੀਂ ਦੇਣਾ ਹੈ, ਤੁਸੀਂ ਝੋਲੀਆਂ ਭਰ ਦੇਣੀਆਂ ਨੇ। ਫਿਰ ਮੰਗਤਾ ਮੈਂ ਮਨੁੱਖ ਦਾ ਕਿਉਂ ਬਣਾ? ਮੰਗਤਾ ਫਿਰ ਦਾਤੇ ਦਾ ਬਣਨਾ ਚਾਹੀਦਾ ਹੈ। ਨਾਨਕ ਗੁਰਮੁਖ ਪਾਈਐ, ਆਪੇ ਜਾਣੈ ਸੋਏ। ਹੇ ਨਾਨਕ, ਉਸ ਦੀ ਮਿਹਰ ਨਾਲ, ਪ੍ਰਮਾਤਮਾ ਦੀ ਕਿਰਪਾ ਤੇ ਬਖਸ਼ਿਸ਼ ਦੇ ਨਾਲ ਗੁਰੂ ਜੀ ਦੀ ਉਪਦੇਸ਼ਾਂ ਦੀ ਪਕੜ ਸਮਝ ਆਉਣ ਲੱਗ ਪੈਂਦੀ ਹੈ। ਗੁਰੂ ਦੀ ਮੱਤ ਦੇ ਉੱਪਰ ਮਨ ਤੁਰਨ ਲੱਗ ਪੈਂਦਾ ਹੈ ਤੇ ਨਿਰੰਕਾਰ ਦਾ ਮਿਲਾਪ ਹੋ ਜਾਂਦਾ ਹੈ। ਤੇ ਜਦੋਂ ਪ੍ਰਮਾਤਮਾ ਦੇ ਸੱਚ ਦਾ ਮਿਲਾਪ ਹੋ ਜਾਂਦਾ ਨਾ, ਫਿਰ ਰੋਮ ਰੋਮ ਅੰਗ ਅੰਗ ਨਿਰਮਲ ਹੋ ਜਾਂਦਾ ਹੈ, ਅੰਦਰੋਂ ਮੈਲ ਲੱਥ ਜਾਂਦੀ ਹੈ ਤੇ ਮਨ ਪਵਿੱਤਰ ਹੋ ਜਾਂਦਾ ਹੈ ਤੇ ਜੀਵ ਆਤਮਾ ਸੱਚ ਦੇ ਰਸਤੇ ਤੇ ਤੁਰਨ ਲੱਗ ਪੈਂਦੀ ਹੈ। ਸੋ ਅੱਜ ਦਾ ਇਹ 42 ਨੰਬਰ ਸ਼ਬਦ, ਜਿਹਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਾਨੂੰ ਸਮਝਾਇਆ ਹੈ ਕਿ ਇਹ ਮਨੁੱਖ ਵੇਖ, ਇੱਕ ਉਹ ਲੋਕ ਨੇ ਜਿਹੜੇ ਗੁਰੂ ਦੇ ਦੱਸੇ ਰਸਤੇ ਤੇ ਤੁਰਦੇ ਹਨ, ਉਹ ਆਪਣਾ ਸੰਸਾਰਿਕ ਤੇ ਪਰਿਵਾਰਿਕ ਜੀਵਨ ਬਰਾਬਰ ਕਰ ਲੈਂਦੇ ਹਨ। ਇੱਕ ਉਹ ਲੋਕ ਨੇ ਜਿਹੜੇ ਵਿਕਾਰਾਂ ਦੇ ਪਿੱਛੇ ਤੁਰਦੇ ਹਨ, ਉਹ ਸਦਾ ਭ੍ਰਿਸ਼ਟੇ ਰਹਿੰਦੇ ਹਨ, ਗੰਦਗੀ ਦੇ ਭਰੇ ਰਹਿੰਦੇ ਹਨ। ਹੁਣ ਚੁਣਨਾ ਤੂੰ ਹੈ, ਤੂੰ ਦੋਵਾਂ ਚੋਂ ਕਿਹੜਾ ਰਸਤਾ ਚੁਣਦਾ? ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਸੱਚ ਦਾ ਰਸਤਾ ਚੁਣੀਏ, ਗੁਰੂ ਦੇ ਪਿਆਰ ਦਾ ਰਸਤਾ ਚੁਣੀਏ, ਗੁਰੂ ਦੇ ਮੱਤ ਵਾਲੇ ਬਣੀਏ, ਤਾਂ ਹੀ ਸਾਡੇ ਤੇ ਕਿਰਪਾ ਗੁਰੂ ਦੀ ਹੋਵੇਗੀ, ਗੁਰੂ ਦੇ ਗਿਆਨ ਦੀ ਰਹਿਮਤ ਸਾਡੇ ਪੱਲੇ ਪੈ ਜਾਵੇ, ਅਸੀਂ ਗੁਰੂ ਦੀ ਮੱਤ ਤੇ ਤੁਰਨ ਲੱਗ ਪਈਏ। ਸੋ ਇਹੀ ਕਰਕੇ ਕੋਸ਼ਿਸ਼ ਇਹੀ ਹੁੰਦੀ ਹੈ। ਧੰਨਵਾਦ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।